वालेकुम। आज ਜਿਹੜਾ ਆਪਾਂ CSS ਤੇ PMS ਦਾ ਇੱਕ ਇੰਤਹਾਈ ਇੰਪੋਰਟੈਂਟ ਟੌਪਿਕ ਡਿਸਕਸ ਕਰਾਂਗੇ। ਉਹਦਾ ਨਾਮ ਹੈ ਕੱਚੇ ਘੜੇ। ਤੇ ਬਾਕੀ ਸਦੀਕੀ ਨੇ ਲਿਖਿਆ ਹੈ CSS 2016 ਤੇ 20 ਦੇ ਅੰਦਰ ਆ ਚੁੱਕਿਆ ਹੋਇਆ ਹੈ। ਇਹ ਜਦੀਦ ਜਿਹੜੀ ਨਜ਼ਮ ਹੈਗੇ ਆ ਉਹਦਾ ਇਹ ਇੰਤਹਾਈ ਇੰਪੋਰਟੈਂਟ ਟੌਪਿਕ ਆ, ਲਿਆਦਾ ਤੁਸੀਂ ਇਹਨੂੰ ਛੱਡਣਾ ਨਹੀਂ, ਇਹਨੂੰ ਲਾਜ਼ਮੀ ਤਿਆਰ ਕਰਨਾ ਵਾ। ਕੱਚੇ ਘੜੇ ਇਹ ਜਿਹੜਾ ਹੈਗਾ ਵਾ, ਇਹਦਾ ਜਿਹੜਾ ਸ਼ਾਇਰ ਹੈਗਾ ਵਾ ਉਹ ਬਾਕੀ ਸਦੀਕੀ ਆ। ਜਿੱਦਾਂ ਕਿ ਉੱਪਰ ਵੀ ਲਿਖਿਆ ਹੋਇਆ ਵਾ, ਇਹਦਾ ਸ਼ਾਇਰ ਦਾ ਜਿਹੜਾ ਨਾਮ ਆ ਬਾਕੀ ਸਦੀਕੀ ਹੈ। ਤੁਸੀਂ ਲਾਜ਼ਮੀ ਤਿਆਰ ਕਰਨਾ, MCQs 'ਚ ਵੀ ਆ ਸਕਦਾ ਵਾ। ਤੇ ਇਹ ਸ਼ਾਇਰ ਦਾ ਕਿੱਥੋਂ ਬਿਲੋਂਗ ਕਰਦਾ, ਇਹਨੇ ਕਿਹੜੀ ਸ਼ਾਇਰੀ ਦੇ ਅੰਦਰ, ਕਿਹੜੇ ਲਹਿਜੇ ਦੇ ਅੰਦਰ ਸ਼ਾਇਰੀ ਕੀਤੀ ਆ, ਉਹ ਹੈਗੀ ਆ ਜੀ ਪੋਠੋਹਾਰੀ। ਪੋਠੋਹਾਰੀ ਲਹਿਜੇ ਦੇ ਅੰਦਰ ਇਹਨੇ ਆਪਣੀ ਸਾਰੀ ਸ਼ਾਇਰੀ ਕੀਤੀ ਆ। ਤੇ ਇਹਨੇ ਪੋਠੋਹਾਰ ਜਿਹੜੀ ਸਕਾਫਤ ਹੈਗੀ ਆ ਉਹਦੀ ਨੁਮਾਇੰਦਗੀ ਕੀਤੀ ਆ। ਪੋਠੋਹਾਰ ਸਕਾਫਤ ਦੀ ਨੁਮਾਇੰਦਗੀ ਕੀਤੀ ਆ। ਤੇ ਇਹ ਇੱਕ ਜਦੀਦ ਜਿਹੜੀ ਨਜ਼ਮ ਹੈਗੀ ਆ, ਜਦੀਦ ਨਜ਼ਮ ਦੇ ਇਹ ਸ਼ਾਇਰ ਆ, ਜਦੀਦ ਨਜ਼ਮ ਦੇ ਸ਼ਾਇਰ ਆ। ਤੇ ਇਸ ਤੋਂ ਬਾਅਦ ਜਿਹੜਾ ਤੁਸੀਂ ਹਰ ਸ਼ਾਇਰ ਦੇ ਅੰਦਰ ਲਿਖ ਸਕਦੇ ਆ, ਇਹ ਇੱਕ ਮੰਨੇ ਪਰਮੰਨੇ ਸ਼ਾਇਰ ਆ, ਮੰਨੇ ਪਰਮੰਨੇ ਸ਼ਾਇਰ ਆ ਜਿਹਨੂੰ ਦੁਨੀਆ ਜਾਣਦੀ ਆ। ਤੇ ਇਹਨਾਂ ਦਾ ਜਿਹੜਾ ਕੱਚੇ ਘੜੇ ਆ, ਕੱਚੇ ਘੜੇ ਹੈਗਾ ਵਾ ਉਹ ਜਿਹੜਾ ਵਾ ਪੰਜਾਬੀ ਨਜ਼ਮਾਂ ਦਾ ਮਜਮੂਆ ਵਾ, ਪੰਜਾਬੀ ਨਜ਼ਮਾਂ ਦਾ ਮਜਮੂਆ ਵਾ, ਪੰਜਾਬੀ ਨਜ਼ਮਾਂ ਦਾ ਮਜਮੂਆ ਵਾ। ਤੇ ਇਸ ਤੋਂ ਬਾਅਦ ਇਹ ਛਾਇਆ ਕਿਦੋਂ ਹੋਇਆ? ਇਹ ਛਾਇਆ ਹੋਇਆ ਜੀ 1967 ਦੇ ਅੰਦਰ, 1967 ਦੇ ਅੰਦਰ ਇਹ ਛਾਇਆ ਹੋਇਆ। ਤੇ ਇਹ ਸਾਰਾ ਤੁਸੀਂ ਇੰਟਰੋਡਕਸ਼ਨ ਦੇ ਅੰਦਰ ਲਿਖੋਗੇ ਕਿ ਬਾਕੀ ਸਦੀਕੀ ਪੋਠੋਹਾਰੀ ਸ਼ਾਇਰ, ਪੋਠੋਹਾਰੀ ਲਹਿਜਾ, ਪੋਠੋਹਾਰੀ ਸਕਾਫਤ ਦੀ ਨੁਮਾਇੰਦਗੀ, ਜਦੀਦ ਨਜ਼ਮ ਦੇ ਸ਼ਾਇਰ, ਮੰਨੇ ਫਰਮੰਨੇ ਸ਼ਾਇਰ, 1967 'ਚ ਛਾਇਆ ਹੋਇਆ ਤੇ ਪੰਜਾਬੀ ਨਜ਼ਮਾਂ ਦਾ ਮਜਮੂਆ। ਹੁਣ ਆਪਾਂ ਡਿਸਕਸ ਕਰਾਂਗੇ ਇਹਦੇ ਅੰਦਰ ਜਿਹੜੇ MCQs ਇੰਪੋਰਟੈਂਟ ਆ ਜਾਂਦੇ ਆ। ਇਹ ਇੱਕ ਤੇ ਜਿਹੜਾ ਆਪਾਂ ਇੰਟਰੋਡਕਸ਼ਨ ਲਿਖਿਆ ਇਹਦੇ 'ਚੋਂ ਵੀ MCQs ਆ ਸਕਦਾ ਵਾ। ਅੱਛਾ, ਇਹਦੇ 'ਚ MCQ ਜਿਹੜਾ ਮੇਨ ਹੈਗਾ ਕਿ ਇਹਨਾਂ ਦਾ ਲਹਿਜਾ ਕਿਹੜਾ ਸੀਗਾ। ਲਹਿਜਾ ਤੁਹਾਨੂੰ ਮੈਂ ਦੱਸ ਚੁੱਕਿਆ ਹੋਇਆ ਕਿ ਇਹਨਾਂ ਦਾ ਪੋਠੋਹਾਰੀ ਲਹਿਜਾ ਸੀਗਾ, ਕਿਉਂਕਿ ਪੋਠੋਹਾਰੀ ਹੀ ਸ਼ਾਇਰ ਸੀਗੇ। ਤੇ ਇਹਦਾ ਦਬਾਚਾ ਕਿਹਨੇ ਲਿਖਿਆ? ਇਹਦਾ ਦਬਾਚਾ ਕਿਹਨੇ ਲਿਖਿਆ? ਇਹਦਾ ਦਬਾਚਾ ਲਿਖਿਆ ਜੀ ਮਨੀਰ ਅਹਿਮਦ ਸ਼ੇਖ ਨੇ, ਮਨੀਰ ਅਹਿਮਦ ਸ਼ੇਖ ਨੇ ਇਹਦਾ ਦਬਾਚਾ ਲਿਖਿਆ। ਤੇ ਉਹਨੇ ਦਬਾਚੇ 'ਚ ਕੀ ਲਿਖਿਆ? ਉਹਨੇ ਲਿਖਿਆ ਜਿਹੜਾ ਛਟੀ ਹਿੱਸ ਦਾ ਸ਼ਾਇਰ ਆ। ਇਹ ਕਿਹੜਾ ਸ਼ਾਇਰ ਆ? ਛਟੀ ਹਿੱਸ ਦਾ ਸ਼ਾਇਰ ਆ। ਉਸ ਤੋਂ ਬਾਅਦ ਜਿਹੜਾ ਹੈਗਾ ਕੱਚੇ ਘੜੇ, ਕੱਚੇ ਘੜੇ ਇੱਕ ਇਹਦਾ ਇਸ਼ਤਿਹਾਰ ਵਾ, ਯਾਨੀ ਇਹ ਕਿਹਨੂੰ ਬਿਲੋਂਗ ਕਰਦਾ, ਕਿਹਦੀ ਤਰਫ ਇਹ ਨਿਸ਼ਾਨਦੇਹੀ ਕਰਦਾ ਵਾ? ਇਹ ਸੋਨੀ ਤੇ ਮਹੀਵਾਲ ਦੇ ਇਸ਼ਕ ਦੀ ਦਾਸਤਾਨ ਨੂੰ ਦੱਸਦਾ ਵਾ, ਸੋਨੀ ਤੇ ਮਹੀਵਾਲ ਦੇ ਇਸ਼ਕ ਦੀ ਦਾਸਤਾਨ ਨੂੰ ਇਹ ਦੱਸਦਾ ਵਾ। ਤੇ ਇਹਦੇ ਅੰਦਰ ਜਿਹੜੇ ਨਜ਼ਮਾਂ ਦੇ ਅੰਦਰ ਤੁਹਾਨੂੰ ਪਤਾ ਵਾ ਇੱਕ ਵਸੀਹ ਜਿਹੜੇ ਹੈਗੇ ਆ ਟੌਪਿਕ ਕਵਰ ਕੀਤੇ ਹੁੰਦੇ ਆ। ਇਹਨੇ ਜਿਹੜੇ ਟੌਪਿਕ ਕਵਰ ਕੀਤੇ ਆ, ਇਹਨੇ ਉਹਦੇ ਅੰਦਰ ਜਿਹੜੇ ਮੇਨ ਆ ਸਮਾਜ ਦੀਆਂ ਗਲਤ ਰਸਮਾਂ, ਜਾਂ ਇਸ ਤੋਂ ਇਲਾਵਾ ਤਹਿਜ਼ੀਬੋ ਸਕਾਫਤ ਨੂੰ ਇਹਨੇ ਕਵਰ ਕੀਤਾ ਵਾ, ਜ਼ਾਲਮ ਦੇ ਅੰਜਾਮ ਨੂੰ ਕਵਰ ਕੀਤਾ ਵਾ, ਆਜ਼ਾਦੀ ਨੂੰ ਕਵਰ ਕੀਤਾ ਵਾ, ਮੁਨਾਫਕਤ ਨੂੰ ਕਵਰ ਕੀਤਾ ਵਾ। ਠੀਕ ਆ। ਉਸ ਤੋਂ ਬਾਅਦ ਮਾਸ਼ਰੇ ਦੇ ਜਿਹੜੇ ਬੁਰੇ ਹਾਲਾਤ ਆ ਉਹਦੀ ਅਕਾਸੀ ਕੀਤੀ ਆ, ਬੁਢਾਪੇ ਨੂੰ ਕਵਰ ਕੀਤਾ ਹੋਇਆ ਵਾ। ਉਸ ਤੋਂ ਬਾਅਦ ਇਹਨੇ ਖੇਡਾਂ ਨੂੰ ਕਵਰ ਕੀਤਾ ਵਾ। ਉਸ ਤੋਂ ਬਾਅਦ ਰੋਮਾਨੀਅਤ ਇਹਦੇ ਅੰਦਰ ਹੈ ਵਾ, ਤਰੱਕੀ ਪਸੰਦ ਤਹਿਰੀਕਾਂ ਨੂੰ ਇਹਨੇ ਕਵਰ ਕੀਤਾ ਹੋਇਆ ਵਾ। ਆਪਾਂ ਸਾਰਿਆਂ ਨੂੰ ਡਿਸਕਸ ਕਰਾਂਗੇ। ਸ਼ਾਇਰੀ ਹੈਗੀ ਆ ਉਹਨਾਂ ਦੇ ਅੰਦਰ ਜਿਹੜੇ ਮੌਜ਼ੂਆਤ ਆ ਉਹਨਾਂ ਨੂੰ ਆਪਾਂ ਇੱਕ ਇੱਕ ਕਰਕੇ ਡਿਸਕਸ ਕਰਾਂਗੇ। ਤੇ ਤੁਸੀਂ ਜਿਹੜਾ ਮੌਜ਼ੂ ਹੋਊਗਾ ਉਹਦੇ ਮੁਤਲਕ ਪਹਿਲੇ 2-4 ਲਾਈਨਾਂ ਉਹਦੇ ਇੰਟਰੋਡਕਸ਼ਨ ਦੀਆਂ ਲਿਖ ਕੇ ਫਿਰ ਜਿਹੜਾ ਸ਼ੇਰ ਲਿਖਣਾ ਵਾ ਉਹਦੀ ਤਸ਼ਰੀਹ ਪਹਿਲੇ ਉੱਪਰ ਲਿਖ ਲੈਣੀ ਆ। ਉਸ ਤੋਂ ਬਾਅਦ ਉਹਦਾ ਜਿਹੜਾ ਸ਼ੇਰ ਹੈਗਾ ਵਾ, ਜਿਹੜੀ ਨਜ਼ਮ ਹੈਗੀ ਆ, ਉਹਨੂੰ ਥੱਲੇ ਤੁਸੀਂ ਕੋਟ ਕਰਨਾ। ਜੋ ਆਪਾਂ ਪਹਿਲਾਂ ਕਰਾਂਗੇ ਉਹ ਹੈਗਾ ਰੋਮਾਨੀਅਤ, ਯਾਨੀ ਕੋਈ ਵੀ ਸ਼ਾਇਰ ਰੋਮਾਨੀਅਤ ਤੋਂ ਖਾਲੀ ਨਹੀਂ ਹੁੰਦਾ। ਇਸੇ ਤਰ੍ਹਾਂ ਬਾਕੀ ਸਦੀਕੀ ਨੇ ਵੀ ਆਪਣੀ ਨਜ਼ਮਾਂ ਦੇ ਅੰਦਰ ਜਿਹੜੀ ਰੋਮਾਨੀਅਤ ਆ, ਆਸ਼ਕੀ ਮਸ਼ੂਕੀ ਆ, ਜਾਂ ਆਪਸ 'ਚ ਇੱਕ ਪਿਆਰ ਮੁਹੱਬਤ ਆ, ਉਹਨੂੰ ਜ਼ਾਹਰ ਕੀਤਾ ਵਾ। ਲੋ ਜੀ, ਤੁਸੀਂ ਇਹਦੇ 'ਚ ਜਿਹੜਾ ਸ਼ੇਰ ਨਜ਼ਮ ਕੋਟ ਕਰੋਗੇ ਉਹ ਸਾਰਾ ਨਜ਼ਮ ਦੀ ਹੈਗੀ ਆ ਕਿ ਤੁਧ ਗੁਲਾਬੀ ਚੁੰਨੀ ਰੰਗੀ, ਤੁਧ ਗੁਲਾਬੀ ਚੁੰਨੀ ਰੰਗੀ। ਯਾਨੀ ਇਹਦੇ ਅੰਦਰ ਜਿਹੜਾ ਹੈਗਾ ਵਾ, ਜਿਹੜਾ ਹਸਬੈਂਡ ਆ ਉਹ ਆਪਣੀ ਔਰਤ ਨੂੰ ਕਹਿ ਰਿਹਾ ਵਾ, ਜਾਂ ਇੱਕ ਜਿਹੜਾ ਮੇਲ ਆ ਉਹ ਫੀਮੇਲ ਨੂੰ ਕਹਿ ਰਿਹਾ ਕਿ ਤੂੰ ਤੇ ਗੁਲਾਬੀ ਜਿਹੜੀ ਆ ਚੁੰਨੀ ਰੰਗ ਲਈ ਆ। ਤੇ ਤੈਨੂੰ ਦੇਖਦੇ ਹੋਏ ਮੈਂ ਵੀ ਗੁਲਾਬੀ ਪੱਗ, ਯਾਨੀ ਤੂੰ ਗੁਲਾਬੀ ਚੁੰਨੀ ਰੰਗ ਲਈ ਹੋਈ ਆ ਤੇ ਮੈਂ ਗੁਲਾਬੀ ਪੱਗ ਰੰਗ ਲਈ ਹੋਈ ਆ। ਇਹ ਤੋਂ ਮੁਰਾਦ ਕੀ ਆ? ਇਹ ਤੋਂ ਮੁਰਾਦ ਇਹ ਵਾ ਕਿ ਦੋ ਦਿਲਾਂ ਦਾ ਇਤਨਾ ਮਿਲਣਾ, ਦੋ ਦਿਲਾਂ ਦਾ ਇਤਨਾ ਮਿਲਣਾ। ਯਾਨੀ ਇਹ ਤੋਂ ਕੀ ਪਤਾ ਲੱਗਦਾ ਵਾ? ਇਹ ਤੋਂ ਪਤਾ ਲੱਗਦਾ ਕਿ ਦੁਨੀਆ ਨੂੰ ਪਤਾ ਲੱਗ ਗਿਆ ਕਿ ਆਪਾਂ ਦੋਨੇ ਦੇ ਅੰਦਰ ਮੁਹੱਬਤ ਬਹੁਤ ਜ਼ਿਆਦਾ ਹੈਗੀ ਆ। ਤੱਕ ਨਾ ਸਕਿਆ ਜੱਗ। ਉਹਨਾਂ ਨੇ ਫਿਰ ਕੀ ਕਰਿਆ? ਆਪਣੇ ਦਰਮਿਆਨ ਨਾਇਤਫਾਕੀਆਂ ਪੈਦਾ ਕਰ ਦਿੱਤੀਆਂ। ਤੱਕ ਨਾ ਸਕਿਆ ਜੱਗ, ਯਾਨੀ ਇੱਥੇ ਦੁਨੀਆ ਦੀ ਇਹ ਰਿਪਰੈਜ਼ੈਂਟ ਕੀਤਾ ਹੋਇਆ ਵਾ ਕਿ ਇੱਥੇ ਦੋ ਦਿਲ ਜਿੱਥੇ ਮਿਲਦੇ ਆ, ਉਹ ਚਾਹੇ ਮੀਆਂ ਬੀਵੀ ਆ ਜਾਂ ਕਿਸੇ ਵੀ ਸੂਰਤ 'ਚ ਜਿਹਨਾਂ 'ਚ ਮੁਹੱਬਤ ਹੈਗੀ ਆ, ਉਹਨੂੰ ਦੁਨੀਆਦਾਰਾਂ ਨੂੰ ਜਦੋਂ ਪਤਾ ਲੱਗਦਾ ਨਾ, ਉਹਨਾਂ ਦੇ ਖਿਲਾਫ ਉਹ ਖੜੀ ਹੋ ਜਾਂਦੀ ਆ ਤੇ ਉਹਨਾਂ ਦੇ ਦਰਮਿਆਨ ਕੰਟਰਾਡਿਕਸ਼ਨ ਪੈਦਾ ਕਰ ਦਿੰਦੀ ਆ। ਤੁਧ ਗੁਲਾਬੀ ਚੁੰਨੀ ਰੰਗੀ, ਮੈਂ ਗੁਲਾਬੀ ਪੱਗ, ਦੋ ਦਿਲਾਂ ਦਾ ਇਤਨਾ ਮਿਲਣਾ, ਤੱਕ ਨਾ ਸਕਿਆ ਜੱਗ। ਉਸ ਤੋਂ ਬਾਅਦ ਇਹਨਾਂ ਨੇ ਜਿਹੜਾ
ਆਪਣੇ ਮੌਜੂਆਤ ਦੇ ਅੰਦਰ ਉਹ ਤਹਿਜ਼ੀਬੋ ਸਕਾਫਤ ਨੂੰ ਵੀ ਬਿਆਨ ਕੀਤਾ ਵਾ ਤੇ ਉਹਦੇ ਅੰਦਰ ਜਿਹੜੀਆਂ ਮੁਨਾਫਕਤ ਦੀਆਂ ਤਸਵੀਰਾਂ ਵਾ ਉਹਨਾਂ ਨੂੰ ਵੀ ਬਿਆਨ ਕੀਤਾ ਵਾ ਤੇ ਉਹਦੇ ਅੰਦਰ ਹੁਣ ਆਪਾਂ ਜਿਹੜਾ ਡਿਸਕਸ ਕਰਾਂਗੇ ਉਹ ਹੈਗਾ ਆਜ਼ਾਦੀ ਦੇ ਬਾਰੇ ਚ ਇਹਨਾਂ ਨੇ ਕੀ ਕਿਹਾ ਹੋਇਆ ਵਾ। ਯਾਨੀ ਇਹ ਗੁਲਾਮੀ ਨੂੰ ਸਹੀ ਸਮਝਦੇ ਸੀ ਕਿ ਆਜ਼ਾਦੀ ਨੂੰ ਸਹੀ ਸਮਝਦੇ ਸੀ। ਇਹ ਕਹਿੰਦੇ ਆ ਜੀ ਉੱਚੀਆਂ ਕੰਧਾਂ, ਯਾਨੀ ਜਦੋਂ ਉੱਚੀਆਂ ਕੰਧਾਂ ਹੋ ਜਾਣ ਤੇ ਉਸ ਤੋਂ ਬਾਅਦ ਕੀ ਹੁੰਦਾ ਵਾ, ਉਸ ਤੋਂ ਬਾਅਦ ਡੱਕ ਨਾ ਸਕਣ। ਉੱਚੀਆਂ ਕੰਧਾਂ ਵੀ ਡੱਕ ਨਹੀਂ ਸਕਦੀਆਂ, ਡੱਕ ਨਾ ਸਕਣ ਫੁੱਲਾਂ ਦੀ ਖੁਸ਼ਬੂ। ਯਾਨੀ ਇੱਥੇ ਇਸਤਾਰੇ ਦੇ ਨਾਲ ਇਸਤੇਮਾਲ ਕਰਦੇ ਹੋਏ ਕਹਿੰਦੇ ਨੇ ਕਿ ਜਿੱਦਾਂ ਜਿਹੜੀ ਫੁੱਲਾਂ ਦੀ ਖੁਸ਼ਬੂ ਹੈਗੀ ਆ ਉਹ ਉੱਚੀਆਂ ਕੰਧਾਂ ਨਹੀਂ ਉਹਨਾਂ ਨੂੰ ਢੱਕ ਸਕਦੀ ਆ, ਇੱਦਾਂ ਹੀ ਆਜ਼ਾਦੀ ਹੈਗੀ ਆ। ਜਿਹੜਾ ਸ਼ਖਸ ਅੱਗੇ ਵਧਣਾ ਚਾਹੁੰਦਾ ਵਾ, ਅੱਗੇ ਕਾਮਯਾਬ ਹੋਣਾ ਚਾਹੁੰਦਾ ਵਾ, ਉਹਨੂੰ ਵੀ ਕੋਈ ਵੀ ਦੁਨੀਆਦਾਰ ਰੋਕ ਨਹੀਂ ਸਕਦਾ। ਉਹ ਆਪਣੀ ਆਜ਼ਾਦੀ ਹਾਸਲ ਕਰ ਲੈਂਦਾ, ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦਾ ਵਾ ਤੇ ਉਹ ਦੁਨੀਆਦਾਰਾਂ ਦੀ ਪਰਵਾਹ ਨਹੀਂ ਕਰ ਸਕਦਾ। ਜਿੱਦਾਂ ਫੁੱਲਾਂ ਦੀ ਖੁਸ਼ਬੂ ਦੁਨੀਆ ਦੀ ਜਾਂ ਕੰਧਾਂ ਦੀ ਪਰਵਾਹ ਨਹੀਂ ਕਰਦੀ। ਉੱਚੀਆਂ ਕੰਧਾਂ ਢੱਕ ਨਾ ਸਕਣ ਫੁੱਲਾਂ ਦੀ ਖੁਸ਼ਬੂ। ਹੁਣ ਅੱਗੇ ਆਪਾਂ ਕਰਾਂਗੇ ਕਿ ਜਿਹੜੀਆਂ ਸਮਾਜ ਦੀਆਂ ਜਾਂ ਮਾਸ਼ਰਤੀ ਹਾਲਾਤ ਦੀ ਇਹਨਾਂ ਨੇ ਜਿਹੜੀ ਅਕਾਸੀ ਕੀਤੀ ਹੋਈ ਆ ਉਹ ਕੀ ਆ। ਮਾਸ਼ਰਤੀ ਹਾਲਾਤ ਦੀ ਅਕਾਸੀ ਯਾਨੀ ਮਾਸ਼ਰੇ ਦੇ ਅੰਦਰ ਕੀ ਚੱਲ ਰਿਹਾ ਹੈਗਾ ਵਾ, ਇਹ ਵੀ ਇਹਨਾਂ ਨੇ ਡਿਸਕਸ ਕੀਤਾ ਹੋਇਆ ਵਾ। ਲੋ ਜੀ, ਮਾਸ਼ਰਤੀ ਹਾਲਾਤ ਦੇ ਬਾਰੇ ਚ ਬਾਕੀ ਸਦੀਕੀ ਲਿਖਦੇ ਨੇ ਕਿ ਬੱਦਲ ਆਣ ਤੇ ਝੱਖੜ ਝੁੱਲਣ। ਬੱਦਲ ਆਣਾ ਯਾਨੀ ਬੱਦਲ ਜਿਹੜੇ ਆਉਂਦੇ ਆ ਤੇ ਝੱਖੜ ਝੁੱਲਣ। ਝੱਖੜ ਤੋਂ ਮੁਰਾਦ ਜਿਹੜਾ ਤੂਫਾਨ ਜਾਂ ਆਂधी ਆਉਂਦੀ ਆ, ਝੱਖੜ ਝੁੱਲਣ ਯਾਨੀ ਬੱਦਲ ਆ ਰਹੇ ਆ ਤੇ ਝੱਖੜ ਝੁੱਲਣ ਆਂधी ਆ ਰਹੀ ਆ। ਚੀਰੇ ਉੱਡਣ ਸਾਫੇ ਖੁੱਲਣ, ਚੀਰੇ ਉੱਡਣ ਯਾਨੀ ਸਾਫੇ ਹੀ ਉੱਡਣ ਤੇ ਸਾਫੇ ਹੀ ਖੁੱਲਣ। ਚੀੜੇ ਉੱਡਣ ਸਾਫੇ ਖੁੱਲਣ। ਇੱਥੇ ਜਿਹੜਾ ਇਹਨਾਂ ਨੇ ਸਾਫੇ ਖੁੱਲਣ ਤੋਂ ਮੁਰਾਦ ਦਿੱਤਾ ਨਾ ਉਹ ਇਹ ਹੈਗਾ ਵਾ ਕਿ ਜਦੋਂ ਮਾਸ਼ਰੇ ਦੀ ਤਰਫੋਂ ਕਿਸੇ ਸ਼ਖਸ ਨੂੰ ਇਦਾਂ ਹਿਪਨੋਟਾਈਜ਼ ਕੀਤਾ ਜਾਂਦਾ ਵਾ, ਉਹਦੀ ਜਦੋਂ ਇੱਜ਼ਤ ਉਛਾਲੀ ਜਾਂਦੀ ਆ, ਅੱਗੇ ਕੀ ਆ, ਅੱਗੇ ਕੀ ਹੁੰਦਾ, ਕਹਿੰਦਾ ਤੱਕ ਨਾ ਸਕਾਂ ਯਾਨੀ ਮੈਂ ਉਹਨੂੰ ਤੱਕ ਨਹੀਂ ਸਕਦਾ। ਬਾਰੀ ਵਿੱਚ ਬੈਠਾ ਤੱਕਾਂ ਯਾਨੀ ਜਿੱਦਾਂ ਕਿ ਜਦੋਂ ਕਿਸੇ ਇੱਜ਼ਤਦਾਰ ਦੀ ਜਦੋਂ ਇੱਜ਼ਤ ਉਛਾਲੀ ਜਾਂਦੀ ਆ, ਚਾਹੇ ਕਿਸੇ ਵੀ ਰੂਪ 'ਚ ਉਛਾਲੀ ਜਾ ਰਹੀ ਹੋਵੇ, ਕਹਿੰਦਾ ਮੈਂ ਉਹਨੂੰ ਤੱਕ ਨਹੀਂ ਸਕਦਾ ਤੇ ਮੈਂ ਸਿਰਫ ਉਹਨੂੰ ਦੇਖਦਾ ਰਹਿੰਦਾ ਕਿਉਂਕਿ ਮੇਰੇ ਕੋਲ ਇਖਤਿਆਰਾਤ ਨਹੀਂ ਹੈਗੇ। ਇੱਦਾਂ ਹੀ ਆ ਜਿਵੇਂ ਕੋਈ ਆਂਦੀ ਆ, ਕੋਈ ਤੂਫਾਨ ਆਉਂਦਾ, ਕਿਸੇ ਦੇ ਮੁਸੀਬਤ ਆਉਂਦੀ ਆ, ਜਦੋਂ ਉਹਦੀ ਪਰੇਸ਼ਾਨੀ ਦੇ ਆਲਮ ਦੇ ਅੰਦਰ ਉਹਦੀ ਇੱਜ਼ਤ ਉਛਾਲੀ ਜਾਂਦੀ ਆ, ਉੱਤੇ ਮੁਸ਼ਕਲ ਵਕਤ ਆਉਂਦਾ ਵਾ ਤੇ ਕੀ ਆ ਮੇਰੇ ਕੋਲ ਦੇਖਿਆ ਨਹੀਂ ਜਾਂਦਾ। ਆਪਣੇ ਮਾਸ਼ਰੇ ਦੇ ਅੰਦਰ ਵੀ ਇਹੀ ਸਭ ਕੁਝ ਹੋ ਰਿਹਾ ਹੈ, ਇਹੀ ਸਭ ਕੁਝ ਚੱਲ ਰਿਹਾ ਵਾ। ਅੱਗੇ ਜਿਹੜਾ ਹੁਣ ਆਪਾਂ ਡਿਸਕਸ ਕਰਾਂਗੇ ਉਹ ਹੈਗਾ ਜੀ ਇਹਨਾਂ ਨੇ ਜਿਹੜਾ ਰੁਮਾਨੀਅਤ ਤੋਂ ਬਾਅਦ ਜਿਹੜਾ ਇਹਨਾਂ ਨੇ ਤਰੱਕੀ ਪਸੰਦ ਤਹਿਰੀਕ ਜਿਹੜੀ ਸੀਗੀ, ਤਰੱਕੀ ਪਸੰਦ ਤਹਿਰੀਕ, ਉਹਦੇ ਮੁਤਲਕ ਇਹਨਾਂ ਨੇ ਕੀ ਆਖਿਆ। ਇਹਨਾਂ ਨੇ ਜਿਹੜਾ ਮਾਸ਼ਰੇ ਦੀ ਜਿਹੜੀ ਤਬਕਾਤੀ ਵੰਡ ਹੈਗੀ ਆ, ਯਾਨੀ ਕਿ ਸਾਰਾ ਜਿਹੜਾ ਇਖਤਿਆਰ ਆ ਉਹ ਅਮੀਰ ਆਦਮੀ ਕੋ ਹੋਵੇ, ਗਰੀਬ ਆਦਮੀ ਉਹਦੇ ਜਿਹੜਾ ਡਿਪੈਂਡੈਂਟ ਹੋ ਕੇ ਜ਼ਿੰਦਗੀ ਗੁਜ਼ਾਰੇ, ਉਹਨਾਂ ਦੇ ਖਿਲਾਫ ਵੀ ਲਿਖਿਆ ਵਾ। ਕਿਉਂਕਿ ਜਦੋਂ ਦੇ ਇਹ ਸ਼ਾਇਰ ਹੈਗੇ ਆ, ਇਦੋਂ ਜਿਹੜਾ ਜ਼ਿਆਉਲ ਹੱਕ ਦਾ ਜਾਂ ਉਹਦਾ ਹੈਗਾ ਸੀਗਾ ਭੁੱਟੋ ਦਾ ਦੌਰ ਸੀਗਾ ਤੇ ਇਦੋਂ ਤਰੱਕੀ ਪਸੰਦ ਤਹਿਰੀਕ ਬੜੇ ਅਰੂਜ ਤੇ ਸੀ। ਯਾਨੀ ਕਿ ਸਿਰਫ ਜਿਹੜੇ ਅਮੀਰ ਤਬਕਾ ਵਾ ਉਹ ਪੈਸੇ ਕਮਾਉਣ ਤੇ ਆ ਜੀ ਮਿਲ ਨਾ ਘੁੱਗੂ ਵੱਜਿਆ। ਮਿਲ ਨਾ ਤੋਂ ਮੁਰਾਦ ਦਾ ਵਾ, ਮਿਲ ਦਾ ਘੁੱਗੂ ਵੱਜਿਆ ਜਦੋਂ ਮਿਲ ਦਾ ਘੁੱਗੂ ਵੱਜਦਾ ਵਾ, ਕਿਉਂਕਿ ਗਰੀਬ ਤਬਕਾ ਕੀ ਆ ਫਿਰ ਅੱਗੇ ਕੰਮ ਕਰਦਾ ਵਾ। ਫਜ਼ਲਾ ਹੌਲੀ ਹੌਲੀ ਆਇਆ, ਫਜ਼ਲਾ ਕੀ ਆ, ਫਜ਼ਲਾ ਹੌਲੀ ਹੌਲੀ ਆ ਰਿਹਾ ਜੀ। ਇਹ ਇਸਤਾਰਾ ਇਸਤੇਮਾਲ ਕੀਤਾ ਹੋਇਆ ਵਾ ਕਿ ਫਜ਼ਲਾ ਹੌਲੀ ਹੌਲੀ ਆਇਆ। ਜਿਹੜਾ ਕਰਮਾ ਸਭ ਕੁਝ ਸੁੱਟ ਕੇ ਭੱਜਿਆ, ਜਿਹੜਾ ਕਰਮਾ ਸੀਗਾ ਉਹਨੇ ਕੀ ਕੀਤਾ, ਸਭ ਕੁਝ ਸੁੱਟ ਕੇ ਭੱਜਿਆ। ਯਾਨੀ ਹੁਣ ਉਹਨੇ ਘਰ ਜਾਣਾ ਵਾ, ਇੱਥੋਂ ਆਜ਼ਾਦੀ ਲੈ ਕੇ ਘਰ ਜਾਣਾ ਵਾ। ਉਸ ਤੋਂ ਬਾਅਦ ਜਿਹੜਾ ਸੀਗਾ ਮਿਲ ਨਾ ਘੁੱਗੂ ਵੱਜਿਆ। ਇਹ ਯਾਨੀ ਤੁਹਾਨੂੰ ਬਜ਼ਾਹਰ ਲੱਗ ਰਿਹਾ ਹੋਏਗਾ ਕਿ ਆਹ ਕੀ ਆ, ਮਿਲ ਨਾ ਘੁੱਗੂ ਵੱਜਿਆ, ਫਜ਼ਲਾ ਹੌਲੀ ਹੌਲੀ ਆਇਆ, ਕਰਮਾ ਸਭ ਕੁਝ ਸੁੱਟ ਕੇ ਭੱਜਿਆ, ਮਿਲ ਦਾ ਘੁੱਗੂ ਵੱਜਿਆ। ਇਹ ਤੁਸੀਂ ਦੇਖੋ ਜਦੋਂ ਜ਼ਿਆਉਲ ਹੱਕ ਦਾ ਦੌਰ ਸੀਗਾ, ਠੀਕ ਆ, ਸਿਰਫ ਉਹ 20-21 ਖਾਨਦਾਨਾਂ ਕੋ ਸਾਰੀ ਹਾਕਮੀਅਤ ਸੀਗੀ ਤੇ ਸਾਰੇ ਜਿਹੜੇ ਪਾਕਿਸਤਾਨ ਦੇ ਤਬਕਾਤ ਸੀਗੇ ਉਹਨਾਂ ਦੀ ਗੁਲਾਮੀ ਕਰ ਰਹੇ ਸੀਗੇ, ਉਹਨਾਂ ਦੇ ਅੰਡਰ ਕੰਮ ਕਰ ਰਹੇ ਸੀਗੇ ਤੇ ਮਿਲ ਦਾ ਜਿਹੜਾ ਅਰੂਜ ਸੀਗਾ ਸਾਰਿਆਂ ਨੂੰ ਆਪਣੀ ਪਈ ਸੀ, ਕਿਉਂਕਿ ਸਾਰਿਆਂ ਨੇ ਉਹਨਾਂ ਦੇ ਅੰਡਰ ਕੰਮ ਕਰਨਾ ਸੀ। ਉਹਨਾਂ ਦੀਆਂ ਹੀ ਮਿੱਲਾਂ ਸੀ, ਉਹਨਾਂ ਦੇ ਅੰਡਰ ਹੀ ਕੰਮ ਕਰਦਾ ਸੀ। ਜਦੋਂ ਮਿਲ ਦਾ ਘੁੱਗੂ ਵੱਜਦਾ ਸੀ, ਇਹ ਜਿਹੜਾ ਫਜ਼ਲਾ ਵਾ ਹੌਲੀ ਹੌਲੀ ਆਉਂਦਾ ਸੀ, ਯਾਨੀ ਘਰੋਂ ਤੁਰਦਾ ਆ ਰਿਹਾ ਤੇ ਜਿਹੜਾ ਕਰਮਾ ਉਹ ਸਭ ਕੁਝ ਸੁੱਟ ਕੇ ਘਰ ਭੱਜ ਗਿਆ, ਯਾਨੀ ਉਹਨੂੰ ਆਜ਼ਾਦੀ ਮਿਲ ਗਈ, ਉਹ ਦੁਬਾਰਾ ਘਰ ਜਾਏਗਾ ਤੇ ਮਿਲ ਦਾ ਘੁੱਗੂ ਵੱਜਿਆ। ਯਾਨੀ ਸਾਰੇ ਗਰੀਬ ਜਿਹੜੇ ਹੈਗੇ ਸੀਗੇ ਉਹ ਅਮੀਰਾਂ ਦੇ ਜਿਹੜੇ ਸਲਤਨਤ ਹੀ ਕੰਮ ਕਰ ਰਹੇ ਸੀਗੇ। ਇਹਦੇ 'ਚ ਆ ਇਸਤਾਰਾ ਇਸਤੇਮਾਲ ਕੀਤਾ ਹੋਇਆ ਇਹਨਾਂ ਨੇ। ਉਹ ਜਿਹੜਾ ਆਪਾਂ ਡਿਸਕਸ ਕਰਾਂਗੇ ਉਹਦਾ ਨਾਮ ਹੈਗਾ ਜੀ ਬੁਢਾਪੇ ਦਾ ਬਿਆਨ। ਯਾਨੀ ਇਹਨਾਂ ਨੇ ਬੁਢਾਪੇ ਨੂੰ ਕਿੱਦਾਂ ਬਿਆਨ ਕੀਤਾ ਹੋਇਆ ਵਾ ਕਿ ਜਦੋਂ ਸਾਰੀ ਜਵਾਨੀ ਲੰਘ ਜਾਂਦੀ ਆ, ਬੰਦਾ ਬੁਢਾਪੇ 'ਚ ਚਲਾ ਜਾਂਦਾ ਵਾ, ਫਿਰ ਉਹਦੇ ਹੱਥ ਵੱਸ
ਕੀ ਹੁੰਦਾ ਵਾ ਇਹਨਾਂ ਨੇ ਉਹਦੀ ਮੰਜ਼ਰਕਸ਼ੀ ਕੀਤੀ ਆ। ਇਹਨਾਂ ਨੇ ਲਿਖਿਆ ਜੀ ਗੱਡੀ ਲੰਘ ਗਈ, ਜਿਹੜੀ ਗੱਡੀ ਸੀਗੀ ਉਹ ਕੀ ਹੋਇਆ ਵਾ, ਲੰਘ ਗਈ। ਇਹਨਾਂ ਨੇ ਜਿਹੜੀ ਜਵਾਨੀ ਆ ਉਹਨੂੰ ਬੁਢਾਪੇ ਦੇ ਨਾਲ, ਉਹਨੂੰ ਗੱਡੀ ਦੇ ਨਾਲ ਤਸ਼ਬੀਹ ਦਿੱਤੀ ਆ ਕਿ ਗੱਡੀ ਲੰਘ ਗਈ। ਜਿੱਦਾਂ ਗੱਡੀ ਲੰਘ ਜਾਂਦੀ ਆ, ਜਦੋਂ ਜਵਾਨੀ ਲੰਘ ਜਾਂਦੀ ਆ ਤੇ ਪਿੱਛੇ ਕੀ ਰਹਿ ਜਾਂਦਾ ਵਾ, ਤੇ ਪਿੱਛੇ ਰਹਿ ਗਿਆ, ਪਿੱਛੇ ਰਹਿ ਗਿਆ ਬਾਵਾ ਘਰ ਦਾ ਸਟੇਸ਼ਨ। ਬਾਵਾ ਘਰ ਦਾ ਸਟੇਸ਼ਨ ਸਿਰਫ ਪਿੱਛੇ ਰੋਲਾ ਰੱਪਾ ਹੀ ਰਹਿ ਜਾਂਦਾ ਵਾ, ਯਾਨੀ ਹੁਣ ਉਹਦੇ ਹੱਥ ਵਾਸ ਕੁਛ ਨਹੀਂ ਹੁੰਦਾ। ਬਾਵਾ ਘਰ ਦਾ ਸਟੇਸ਼ਨ ਤੇ ਛਾਂ ਛਾਂ ਕਰਦੇ ਕੰਨ, ਤੇ ਛਾਂ ਛਾਂ ਕਰਦੇ ਕੰਨ, ਯਾਨੀ ਜਦੋਂ ਬੰਦੇ ਦੀ ਉਮਰ ਪੂਰੀ ਹੋ ਜਾਂਦੀ ਆ, ਉਹ ਆਪਣੀ ਜਵਾਨੀ ਗੁਜ਼ਾਰ ਲੈਂਦਾ ਵਾ, ਆਪਣੇ ਆਖਰੀ ਦਿਨਾਂ 'ਚ ਚਲੇ ਜਾਂਦਾ ਵਾ, ਤੇ ਫਿਰ ਪਿੱਛੇ ਕੁਛ ਵੀ ਨਹੀਂ ਰਹਿ ਜਾਂਦਾ। ਸਿਰਫ ਬਾਵਾ ਕਰਦਾ ਸਟੇਸ਼ਨ ਤੇ ਛਾਂ ਛਾਂ ਕਰਦੇ ਕੰਨ, ਯਾਨੀ ਇਸ ਤਾਰਾ ਇਸਤੇਮਾਲ ਕੀਤਾ ਕਿ ਉਹਨਾਂ ਕੋਲ ਕੋਈ ਇਖਤਿਆਰ ਨਹੀਂ ਹੁੰਦਾ। ਸਿਰਫ ਉਹ ਸੋਚ ਸਕਦੇ ਆ ਆਪਣੀ ਗੁਜ਼ਾਰੀ ਹੋਈ ਜ਼ਿੰਦਗੀ ਨੂੰ, ਤੇ ਹੁਣ ਉਹ ਦੇਖਦੇ ਆ ਕਿ ਉਹਨਾਂ ਨੇ ਉਹ ਜ਼ਿੰਦਗੀ ਕਿੱਦਾਂ ਗੁਜ਼ਾਰ ਦਿੱਤੀ ਹੋਈ ਆ। ਇਹ ਹੈਗਾ ਜੀ ਬੁਢਾਪੇ ਦਾ ਬਿਆਨ। ਇਸ ਤੋਂ ਇਲਾਵਾ ਇਹਨਾਂ ਨੇ ਜ਼ਿੰਦਗੀ ਦੇ ਮਾਸ਼ਰਤੀ ਹਾਲਾਤ 'ਚ ਜਿਹੜੀਆਂ ਖੇਡਾਂ ਖੇਲੀਆਂ ਜਾਂਦੀਆਂ ਵਾ, ਉਹਦੇ ਬਾਰੇ 'ਚ ਵੀ ਇਹਨਾਂ ਨੇ ਦੱਸਿਆ ਵਾ ਕਿ ਜਿਹੜੇ ਖੇਡਣ ਦੇ ਦਿਨ ਆ ਉਹ ਸਿਰਫ 4 ਆ। ਖੇਡਣ ਦੇ ਦਿਨ 4, ਯਾਨੀ ਬੰਦੇ ਨੂੰ ਉਹਦੇ ਅੰਦਰ ਖੇਡਣਾ ਵੀ ਚਾਹੀਦਾ ਵਾ, ਅੱਗੇ ਵੀ ਵਧਣਾ ਚਾਹੀਦਾ ਵਾ। ਇਹ ਨਹੀਂ ਕਿ ਹਰ ਵਕਤ ਜਿਹੜਾ ਹੈਗਾ ਵਾ ਉਹਦੇ 'ਚ ਮਾਸ਼ਰਤੀ ਜ਼ਿੰਦਗੀ ਦੇ ਅੰਦਰ ਹੀ ਘੁਸੇ ਰਹੋ। ਇਹਦੇ 'ਚ ਲਿਖਦੇ ਨੇ ਕਿ ਮੈਂ ਚਨੇ ਦੇ ਸਾਹਮਣੇ, ਮੈਂ ਚਨੇ ਤੁਹਾਨੂੰ ਪਤਾ ਵਾ ਜਿਹੜਾ ਪਿੱਲਰ ਹੁੰਦਾ ਉਹਨੂੰ ਚਨੇ ਕਹਿੰਦੇ ਆ। ਮੈਂ ਚਨੇ ਦੇ ਸਾਹਮਣੇ, ਯਾਨੀ ਮੈਂ ਚਨੇ ਦੇ ਸਾਹਮਣੇ ਆ, ਖਲੀ ਅੱਖੀਆਂ ਨੋਟ, ਖਲੀ ਜਿਹੜੀ ਆ ਯਾਨੀ ਇਹ ਪੋਠੋਹਾਰੀ ਲੈ ਜਾਵਾ ਕਿ ਮੈਂ ਜਿਹੜਾ ਚਨੇ ਦੇ ਪਿੱਲਰ ਦੇ ਸਾਹਮਣੇ ਅੱਖੀਆਂ ਨੋਟ ਕੇ ਖੜੀ ਆ, ਤੇ ਤੂੰ ਜਾ ਕੇ ਛੁਪਣਾ ਵਾ, ਤੂੰ ਫੁੱਲਾਂ ਦੇ ਓਲੜੇ, ਤੂੰ ਫੁੱਲਾਂ ਦੇ ਓਲੜੇ, ਤੂੰ ਉਹਦੇ ਜਾ ਕੇ ਫੁੱਲਾਂ ਦੇ ਓਲੜੇ ਹੋ ਕੇ ਛੁਪਿਆ ਕਰਕੇ ਛੂਤ, ਛੁਪਿਆ ਕਰਕੇ ਛੂਤ। ਯਾਨੀ ਇਹਨਾਂ ਨੇ ਇੱਕ ਜਿਹੜੀ ਛੂਹ ਛਪਾਈ ਹੈਗੀ ਆ ਪੰਜਾਬ ਦੇ ਅੰਦਰ ਖੇਲੀ ਜਾਂਦੀ ਆ, ਆਪਣੀ ਸਕਾਫਤ ਹੈਗੀ ਆ, ਉਹਨਾਂ ਦੀ ਨੁਮਾਇੰਦਗੀ ਵੀ ਕੀਤੀ ਆ ਕਿ ਮੈਂ ਚਨੇ ਦੇ ਸਾਹਮਣੇ ਖਲੀ ਅੱਖੀਆਂ ਨੂਟ, ਤੂੰ ਫੁੱਲਾਂ ਦੇ ਓਲੜੇ ਛੁਪਿਆ ਕਰਕੇ ਛੂਤ। ਹੁਣ ਆਪਾਂ ਜਿਹੜਾ ਡਿਸਕਸ ਕਰਾਂਗੇ ਉਹ ਹੈਗਾ, ਇਹ ਹੈਗਾ ਵਾ ਜਿਹੜਾ ਇਹਨਾਂ ਨੇ ਸਮਾਜ ਦੀਆਂ ਗਲਤ ਰਸਮਾਂ ਚੱਲ ਰਹੀਆਂ ਉਹਨਾਂ ਦੇ ਮੁਤਲਕ ਕੀ ਆਖਿਆ ਹੋਇਆ ਵਾ। ਸਮਾਜ ਦੀਆਂ ਗਲਤ ਰਸਮਾਂ ਦੇ ਬਾਰੇ 'ਚ ਇਹਨਾਂ ਨੇ ਆਪਣੀ ਸ਼ਾਇਰੀ ਕੀਤੀ ਹੋਈ ਆ, ਤੇ ਆਪਾਂ ਨੂੰ ਆਗਾਹ ਕੀਤਾ ਹੋਇਆ ਵਾ। ਆਪਣੇ ਲਈ ਉਹਦੇ ਅੰਦਰ ਬਹੁਤ ਜ਼ਿਆਦਾ ਸਬਕ ਆ ਕਿ ਜਦੋਂ ਇੱਕ ਧੀ ਦਾ ਵਿਆਹ ਕਰਨਾ ਹੁੰਦਾ ਵਾ ਮਾਂ ਪਿਓ ਨੇ, ਤੇ ਉਹਨਾਂ ਨੂੰ ਕਿੰਨੀਆਂ ਪਰੇਸ਼ਾਨੀਆਂ ਹੁੰਦੀਆਂ, ਉਹ ਆਪਣੀ ਸਾਰੀ ਜ਼ਿੰਦਗੀ ਦਹੇਜ ਬਣਾਉਣ ਤੇ ਲਾ ਦਿੰਦੀਆਂ ਵਾ। ਇਹ ਲਿਖਦੇ ਨਹੀਂ, ਮੇਰਾ ਦੇਜ ਨਾ ਬਣਾ ਅੰਬੜੀਏ, ਮੇਰਾ ਦਾਜ ਨਾ ਬਣਾ ਅੰਬੜੀਏ। ਆਪਣੀ ਮਾਂ ਨੂੰ ਇੱਕ ਕੁੜੀ ਕਹਿ ਰਹੀ ਹੈ ਕਿ ਮੇਰਾ ਦਾਜ ਨਾ ਬਣਾ, ਮੈਂ ਕੋਈ ਚੀਜ਼ ਨਹੀਂ ਮੰਗੀ, ਮੈਂ ਕੋਈ ਚੀਜ਼ ਨਹੀਂ ਮੰਗੀ, ਤੂੰ ਆਪਣਾ ਢਿੱਡ ਕੱਟ ਕੇ ਦਾਜ ਨਾ ਬਣਾ, ਮੈਨੂੰ ਇਹਦੀ ਕੋਈ ਜ਼ਰੂਰਤ ਨਹੀਂ ਹੈਗੀ। ਇਹ ਰੇਸ਼ਮ ਕੰਡੇ ਪੋਰ ਸੀ, ਇਹ ਰੇਸ਼ਮ ਕੰਡੇ, ਇਹ ਜਿਹੜੇ ਰੇਸ਼ਮ ਹੈਗੇ ਆ, ਰੇਸ਼ਮ ਕੰਡੇ ਪੋਰ ਸੀ, ਇਹ ਰੇਸ਼ਮ ਕੰਡੇ ਪੋਰ ਸੀ। ਇਹ ਗੋਟਾ ਲਾਸੀ ਅੱਗ, ਜਿਹੜੀ ਦਾਜ ਦੇ ਅੰਦਰ ਰੇਸ਼ਮ, ਦਾਜ ਮਨਾਉਣ ਦੇ ਅੰਦਰ ਜਿਹੜੀ ਰੇਸ਼ਮ ਜਾਂ ਕੰਡੇ ਜਾਂ ਗੋਟਾ ਇਸਤੇਮਾਲ ਹੁੰਦੇ ਆ, ਉਹਨਾਂ ਦਾ ਇਸ਼ਤਾਰਾ ਇਸਤੇਮਾਲ ਕਰਦੇ ਹੋਏ ਕਿਹਾ ਵਾ ਕਿ ਇਹ ਸਾਰੇ ਕੀ ਲਾਣਗੇ, ਮੇਰੇ ਘਰ ਨੂੰ ਅੱਗ ਲਾਣਗੇ, ਕਿਉਂਕਿ ਇਹ ਤੇਰਾ ਜਿਹੜਾ ਹੈਗਾ ਢਿੱਡ ਕੱਟ ਕੇ ਬਣਾਉਂਦੇ ਆ। ਤੂੰ ਜਿਤਨਾ ਦਾਜ ਖਿਲਾਰ ਸੀ, ਤੂੰ ਜਿੰਨਾ ਦੁਨੀਆ ਵਾਲੇ ਨੂੰ ਦਿਖਾਏਂਗੀ ਕਿ ਮੈਂ ਇੰਨਾ ਦਾਜ ਬਣਾ ਲਿਆ ਵਾ ਆਪਣੀ ਕੁੜੀ ਦਾ, ਉਹ ਮੇਰੇ ਲਈ ਇੱਕ ਪਰੇਸ਼ਾਨੀ ਦਾ ਬਾਇਸ ਹੋਏਗਾ। ਤੂੰ ਜਿਤਨਾ ਦਾਜ ਖਿਲਾਰ ਸੀ, ਮੈਂ ਉਤਨੀ ਨੰਗੀ ਹੋ ਸਾਂ, ਯਾਨੀ ਮੈਨੂੰ ਉਨੀ ਸ਼ਰਮ ਆਊਗੀ। ਮੈਂ ਇਹਨੂੰ ਅੱਛਾ ਨਹੀਂ ਸਮਝਦੀ ਕਿ ਤੂੰ ਜਿਹੜੇ ਮਾਂ ਪਿਓ ਦੇਜ ਨਹੀਂ ਬਣਾ ਸਕਦੇ, ਤੂੰ ਉਹਨਾਂ ਨੂੰ ਮੇਰਾ ਦੇਜ ਕੱਢ ਕੇ ਦਿਖਾਵੇਂ ਕਿ ਦੇਖ ਮੈਂ ਆਹ ਦੇਜ ਬਣਾ ਲਿਆ ਵਾ। ਤੂੰ ਮੇਰਾ ਦਾਜ ਨਾ ਬਣਾ ਅੰਬੜੀਏ, ਮੈਂ ਕੋਈ ਚੀਜ਼ ਨਾ ਮੰਗੀ। ਇਹ ਰੇਸ਼ਮ ਕੰਡੇ ਪੋਰ ਸੀ, ਇਹ ਗੋਟਾ ਲਾਸੀ ਅੱਗ, ਤੂੰ ਜਿਤਨਾ ਦਾਜ ਖਿਲਾਰ ਸੀ, ਮੈਂ ਉਤਨੀ ਨੰਗੀ ਹੋ ਸਾਂ। ਹੁਣ ਆਪਾਂ ਡਿਸਕਸ ਕਰਾਂਗੇ ਜ਼ਾਲਮ ਤੇ ਉਹਦਾ ਅੰਜਾਮ, ਜ਼ਾਲਮ ਤੇ ਉਹਦਾ ਅੰਜਾਮ। ਯਾਨੀ ਜਿਹੜੇ ਆਪਣੀ ਦੁਨੀਆ ਦੇ ਉੱਤੇ ਜ਼ੁਲਮ ਕਰਦੇ ਰਹਿੰਦੇ ਨੇ, ਖੁਦ ਨੂੰ ਵੱਡਾ ਸਾਬਤ ਕਰਦੇ ਰਹਿੰਦੇ ਨੇ, ਆਪਣੇ ਜਿਹੜੇ ਤਾਕਤ ਉਹਨਾਂ ਕੋਲ ਹੈਗੀ ਆ ਉਹਨਾਂ ਦਾ ਨਜਾਇਜ਼ ਫਾਇਦਾ ਚੁੱਕਦੇ ਆ, ਆਖਰ ਕਦੀ ਨਾ ਕਦੀ ਉਹਨਾਂ ਦਾ ਉਹ ਆਪਣੀ ਅੰਜਾਮ ਤੱਕ ਪਹੁੰਚ ਜਾਂਦੇ ਆ। ਇਹਦੇ 'ਚ ਇੱਕ ਅਲਾਮਤੀ ਤੌਰ ਤੇ ਦਾਦੂ ਨੂੰ ਇਸਤੇਮਾਲ ਕਰਦੇ ਆ। ਦਾਦੂ ਹਿੱਕ ਬਦਮਾਸ਼, ਦਾਦੂ ਜਿਹੜਾ ਹੈਗਾ ਵਾ ਇੱਕ ਕੀ ਆ, ਉਹ ਬਦਮਾਸ਼ ਆ, ਕਿਉਂਕਿ ਉੱਥੇ ਇੱਕ ਨੂੰ ਹਿੱਕ ਕਹਿੰਦੇ ਆ। ਦਾਦੂ ਹਿੱਕ ਬਦਮਾਸ਼। ਅੱਛਾ, ਜਿਹੜਾ ਹੁਣ ਬਦਮਾਸ਼ ਹੈਗਾ ਉਹਦੇ ਸਿਰ ਤੇ ਕੀ ਰੱਖਿਆ ਹੋਇਆ ਵਾ, ਉੱਚਾ ਸ਼ਿਮਲਾ ਰੱਖੇ, ਯਾਨੀ ਦੁਨੀਆ ਵਾਲਿਆਂ ਨੂੰ ਇਹ ਦਿਖਾ ਰਿਹਾ ਵਾ ਕਿ ਮੈਂ ਬੜਾ ਇੱਜ਼ਤਦਾਰ ਹੈ। ਉਹਨੇ ਸ਼ਿਮਲਾ ਜਿਹੜਾ ਆਪਣੀ ਪੱਗ ਦਾ ਸ਼ਿਮਲਾ ਰੱਖਿਆ ਹੋਇਆ ਵਾ, ਉਹ ਕੀ ਆ, ਉੱਚਾ ਸ਼ਿਮਲਾ ਰੱਖੇ। ਤੇ ਉਸ ਤੋਂ ਬਾਅਦ ਕੱਪੜੇ ਕਿਹੜੇ ਪਾ ਕੇ ਰੱਖਦਾ, ਉਹ ਵੀ ਇੱਜ਼ਤਦਾਰਾਂ ਵਾਲੇ ਚਿੱਟੇ ਕੱਪੜੇ ਲਾਏ, ਚਿੱਟੇ ਕੱਪੜੇ ਲਾਏ, ਯਾਨੀ ਆਪਣੇ ਜਿਹੜੇ ਉਹਦੇ ਕੱਪੜੇ ਆ ਉਹ ਵੀ
ਚਿੱਟੇ ਆ ਤੇ ਜਿਹੜਾ ਉਹਦਾ ਸ਼ਿਮਲਾ ਵਾ ਉਹ ਵੀ ਉੱਚਾ ਵਾ, ਯਾਨੀ ਇੱਜ਼ਤਦਾਰ ਵਾਲੇ ਕੰਮ ਕਰਕੇ ਰੱਖੇ ਹੋਏ ਆ। ਲੇਕਿਨ ਹੈ ਕੀ ਆ, ਹੈ ਉਹ ਕੀ ਆ, ਚੱਲਦਾ ਫਿਰਦਾ ਫਿਤਨਾ। ਕੀ ਆ ਉਹ, ਲੜਨਾ ਫਿਰਨਾ ਫਿਤਨਾ, ਜਾਂ ਚੱਲਦਾ ਫਿਰਦਾ, ਤੁਸੀਂ ਇਹਨੂੰ ਫਿਤਨਾ ਵੀ ਲਿਖ ਸਕਦੇ ਹੋ। ਠੀਕ ਆ, ਚੱਲਦਾ ਫਿਰਦਾ ਫਿਤਨਾ, ਇਹਨੂੰ ਤੁਸੀਂ ਚੱਲਦਾ ਵੀ ਲਿਖ ਸਕਦੇ ਹੋ। ਚੱਲਦਾ ਫਿਰਨਾ ਫਿਤਨਾ, ਜਿੱਥੋਂ ਕੋਈ ਰੋਕੇ। ਹੁਣ ਕਰਦੇ ਕੀ ਆ, ਅਸਲ ਹੁਣ ਮੁੱਦਾ ਦੱਸਣ ਲੱਗਿਆ, ਜਿੱਥੋਂ ਕੋਈ ਰੋਕੇ, ਜਿੱਥੋਂ ਉਹਨੂੰ ਕੋਈ ਰੋਕ ਦਿੰਦਾ ਵਾ, ਜਿੱਥੋਂ ਕੋਈ ਰੋਕੇ, ਉਹ ਅੱਗੇ ਕੀ ਕਰਦਾ ਵਾ, ਉੱਥੋਂ ਮੁੜ ਮੁੜ ਨੰਗੇ, ਉੱਥੋਂ ਮੁੜ ਮੁੜ ਨੰਗੇ, ਉੱਥੋਂ ਮੁੜ ਮੁੜ ਲੰਗੇ। ਯਾਨੀ ਜਿੱਥੋਂ ਉਹਨੂੰ ਕੋਈ ਮਨਾ ਕਰਦਾ ਕਿ ਆਹ ਕੰਮ ਤੂੰ ਨਾ ਕਰ, ਲੇਕਿਨ ਉਹ ਜਾਣ ਕੇ ਉਹ ਕੰਮ ਕਰਦਾ ਵਾ। ਹੁਣ ਅੱਗੇ ਕੀ ਹੋਇਆ, ਕੱਸੀ ਵਿੱਚੋਂ ਫਜਰੀ, ਕੱਸੀ ਵਿੱਚੋਂ ਫਜਰੀ, ਯਾਨੀ ਫਜਰੀ ਮੀਨ ਸੁਬਾਹ ਸੁਬਾਹ, ਫਜਰ ਦੇ ਟਾਈਮ। ਕੱਸੀ ਯਾਨੀ ਉਹ ਜਿਹੜੀ ਫਸਲਾਂ ਦੇ ਅੰਦਰੋਂ ਕੀ ਹੋਇਆ ਵਾ। ਹੁਣ ਅੱਗੇ, ਲੱਭੀ ਉਸਨੀ ਲਾਸ਼, ਕੱਸੀ ਵਿੱਚੋਂ ਕੀ ਲੱਭਿਆ ਵਾ, ਲੱਭੀ ਉਸਨੀ ਲਾਸ਼। ਦਾਦੂ ਹਿੱਕ ਬਦਮਾਸ਼, ਇਹਦੇ ਚ ਜਿਹੜੇ ਤਾਕਤਵਰ ਤਰੀਨ ਹੈਗੇ ਆ ਉਹਨਾਂ ਦੀ ਮੰਜ਼ਰ ਕਸ਼ੀ ਕੀਤੀ ਹੈ। ਕੋਈ ਇੱਕ ਬਦਮਾਸ਼ ਹੈਗਾ ਵਾ ਦਾਦੂ, ਉੱਚਾ ਸ਼ਿਮਲਾ ਵੀ ਰੱਖਦਾ, ਚਿੱਟੇ ਕੱਪੜੇ ਵੀ ਪਾਉਂਦਾ ਵਾ, ਚੱਲਦਾ ਫਿਰਦਾ ਫਿਤਨਾ ਵਾ, ਜਿਹੜਾ ਉਹਨੂੰ ਰੋਕਦਾ ਤੇ ਤੂੰ ਕੁੜੀਆਂ ਨੂੰ ਨਾ ਛੇੜਾ, ਕੰਮ ਨਾ ਕਰ, ਉਹ ਮੁੜ ਕਰਦਾ ਸੀ। ਫਿਰ ਕੀ ਕੀਤਾ, ਕਿਸੇ ਨੇ ਉਹਦਾ ਕੰਮ ਲਾ ਦਿੱਤਾ, ਉਹਨੂੰ ਮਾਰ ਦਿੱਤਾ, ਉਹਨੂੰ ਉਹਦੇ ਮੰਤਕੀ ਅੰਜਾਮ ਤੇ ਪਹੁੰਚਾ ਦਿੱਤਾ। ਕੱਸੀ ਵਿੱਚੋਂ ਯਾਨੀ ਫਸਲ ਚੋਂ ਉਹਦੀ ਲਾਸ਼ ਲੱਭੀ, ਇਹੀ ਉਹਦਾ ਅੰਜਾਮ ਹੁੰਦਾ ਵਾ। ਯਾਨੀ ਉਹਨੂੰ ਕੋਈ ਨਾ ਕੋਈ ਐਸਾ ਸ਼ਖਸ ਉੱਠਦਾ ਵਾ ਕਿ ਜਿਹੜਾ ਉਹਦਾ ਗਲਾ ਘੁੱਟ ਦਿੰਦਾ ਵਾ, ਉਹਦੇ ਜ਼ੁਲਮ ਨੂੰ ਖਤਮ ਕਰ ਦਿੰਦਾ। ਕਿਉਂਕਿ ਜਿਹੜਾ ਹੈਗਾ ਉਹ ਕੁਫਰ ਦਾ ਨਿਜ਼ਾਮ ਤੇ ਚੱਲ ਸਕਦਾ, ਲੇਕਿਨ ਜ਼ੁਲਮ ਦਾ ਨਿਜ਼ਾਮ ਨਹੀਂ ਚੱਲ ਸਕਦਾ। ਕੋਈ ਕਿਸੇ ਨੂੰ ਤੁਸੀਂ ਜ਼ਿਆਦਾ ਦੇਰ ਤੱਕ ਦਬਾ ਕੇ ਨਹੀਂ ਰੱਖ ਸਕਦੇ। ਜਦੋਂ ਤੁਸੀਂ ਮੁੱਕ ਦੀ ਗੱਲ ਕਰਨੀ ਆ, ਤੁਸੀਂ ਸਾਰਾ ਇਹਨੂੰ ਕਨਕਲੂਡ ਕਰਕੇ ਲਿਖ ਦੇਣਾ। ਜੋ ਆਪਾਂ ਕੀਤਾ ਵਾ ਕਿ ਇਹਨਾਂ ਨੇ ਆਹ ਟੌਪਿਕ ਤੇ ਡਿਸਕਸ ਕੀਤਾ, ਮਾਸ਼ਰਤੀ ਹਾਲਾਤ ਦੀ ਅਕਾਸੀ ਕੀਤੀ, ਜ਼ਾਲਮ ਦਾ ਅੰਜਾਮ, ਤੇ ਉਸ ਤੋਂ ਬਾਅਦ ਸਮਾਜ ਦੀਆਂ ਗਲਤ ਰਸਮਾਂ ਰੁਮਾਨੀਅਤ ਤੇ ਲਿਖਿਆ, ਖੇਡਾਂ ਨੂੰ ਦਿਖਾਇਆ, ਉਸ ਤੋਂ ਬਾਅਦ ਇਹਨਾਂ ਨੇ ਤਰੱਕੀ ਪਸੰਦ ਤੇ ਲਿਖਿਆ। ਇਹ ਸਾਰਾ ਤੁਸੀਂ ਕਨਕਲੂਡ ਕਰਕੇ ਲਿਖ ਦੇਣਾ। ਤੁਹਾਨੂੰ ਅੱਜ ਦਾ ਜਿਹੜਾ ਲੈਕਚਰ ਆ ਉਹ ਕਿੱਦਾਂ ਦਾ ਲੱਗਾ ਵਾ, ਤੁਸੀਂ ਸਾਨੂੰ ਆਪਣੀਆਂ ਰਾਹ ਤੋਂ ਆਗਾਹ ਕਰੋ। ਅਗਰ ਤੁਸੀਂ CSS ਦੇ ਸਾਰੇ ਪਾਸ ਪੇਪਰ ਦੇਖਣਾ ਚਾਹੁੰਦੇ ਆ ਤਾਂ ਸਾਨੂੰ ਸਕੋਲਰ ਅਕੈਡਮੀ ਨੂੰ ਵਿਜ਼ਿਟ ਕਰੋ। शुक्रिया। अगर आप किसी भी मुकाबला जाती इम्तिहान CSS, PMS, PPSC के लिए परेशान हैं तो परेशानी छोड़ गए और स्कॉलर अकेडमी को सब्सक्राइब कीजिए और मुस्तकबिल को बेहतर बनाइए।